ਇਹਨਾਂ ਜ਼ੁਲਮ ਤੋਂ ਵੱਧ ਕੇ ਜ਼ੁਲਮ ਕੀਤਾ ਹੈ। ਇਹਨਾਂ ਨੂੰ ਇਸ ਸਜ਼ਾ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ। ਕੋਈ ਬੰਦਾ ਯਕੀਨ ਨਹੀਂ ਕਰਦਾ ਕਿ ਕਿਹੜੀ ਵਜ੍ਹਾ ਤੋਂ ਹਾਲਾਤ ਉਹਨਾਂ ਨੂੰ ਇੱਥੇ ਲੈ ਆਏ। ਉਹ ਦੋਵੇਂ ਮਾਵਾਂ ਧੀਆਂ ਨੇ ਤੇ ਪਤਾ ਨਹੀਂ ਕਿਹੜਾ ਕੋਈ ਜ਼ਾਲਮ ਦਰਿੰਦਾ ਹੈ ਜਿਹਨੇ ਪੇਸ਼ ਕੀਤੇ ਨੇ। ਉਹ ਤੇ ਇਨਸਾਨ ਹੀ ਹੋ ਸਕਦਾ, ਔਰਤ ਨਹੀਂ ਹੋ ਸਕਦੀ। ਦੇ ਹਾਲਾਤ ਇਸ ਕਿਸਮ ਦੇ ਨੇ ਕਿ ਬਾਜੀ ਸੁਗਰਾਂ ਜਿਹੜੀ ਸੀ ਜਾਂ ਉਹ ਆਪਣੇ लगियां लाने ला के नहीं सीखा। अस्सलाम वालेकुम वालेकुम सलाम। सर, क्या नाम है आपका? अब्दुल कदीर। ਕਦੀਰ ਸਾਹਿਬ, ਤੁਸੀਂ ਕੀ ਲੱਗਦੇ ਸੀ ਰਿਸ਼ਤੇ ਦੇ ਵਿੱਚ ਜ਼ਾਰਾ ਦੇ? चाची। ਤੁਸੀਂ ਯਕੀਨਨ ਬੜਾ ਕਰੀਬੀ ਰਿਸ਼ਤਾ ਹੈ ਔਰ ਪਿੰਡ ਦੇ ਵਿੱਚ ਤੁਸੀਂ ਰਹਿੰਦੇ ਹੋ, ਛੋਟਾ ਜਿਹਾ ਤੁਹਾਡਾ ਪਿੰਡ ਹੈਗਾ। ਜ਼ਾਰਾ ਨੂੰ ਜਿਹੜੀ ਸਜ਼ਾ ਦਿੱਤੀ ਹੈ ਜਾਂ ਜਿਹੜੀ ਉਹਨੂੰ ਦਰਦਨਾਕ ਮੌਤ ਦਿੱਤੀ ਹੈ, ਉਹਦਾ ਜੁਰਮ ਕੀ ਹੋ ਸਕਦਾ ਹੈ? सर मैं तो सब तो पहले शबीर साहब ने सलाम अर्ज करना कि जिन्हें बड़ी जुरत का मुजाहरा किया कानून के दायरे च रह के। दूसरा मैं ये बयान अल्फिया देना कि मैं ਉਹਦਾ ਚਾਚੂ ਹੋਣ ਦੇ ਨਾਤੇ, ਮਸਾਇਆ ਹੋਣ ਦੇ ਨਾਤੇ ਉਹਦੀ शक्ल तक नहीं देखी। 4-5 साल हो गए उसकी शादी को। हाँ जी, इतनी अच्छी बेटी सी ते पूरे इलाके च ਉਹਨੂੰ ਕੋਈ पहचानदा नहीं सी। ਜਿਹੜੀ ਉਹਦੀ ਸੱਸ ਸੁਗਰਾ ਸੀ, ਇਹ ਵੇਖੋ ਉਹਨੂੰ ਤੇ ਸਾਰੀ ਦੁਨੀਆ ਜਾਣਦੀ ਸੀ, ਠੀਕ ਹੈ ਨਾ। ਇੰਨੀ ਅੱਛੀ ਖਾਤੂਨ ਸੀ। ਲੇਕਿਨ ਉਹ ਸਾਡੀ ਬੇਟੀ ਸੀ, ਬਹੂ ਸੀ। खुदा हर एक ਨੂੰ ਇਸ ਤਰ੍ਹਾਂ ਦੀਆਂ ਨਸੀਬ ਕਰੇ ਨੇਕ ਬੱਚੀਆਂ, ਠੀਕ ਹੈ ਨਾ। ਉਹਦੇ ਨਾਲ ਬਹੁਤ ਜ਼ੁਲਮ ਹੋਇਆ, ਜ਼ਿਆਦਤੀ ਹੋਈ। ਇਹ ਉਹਦੇ ਨਾਲ ਨਹੀਂ ਹੋਇਆ ਬਲਕਿ ਇਸ ਕੌਮ ਦੀ ਸਾਰੀਆਂ ਬੇਟੀਆਂ ਦੇ ਨਾਲ ਹੋਇਆ ਜ਼ਰੂਰ। ਤੇ ਜਿਹੜੀ ਉਹਦੀ ਸੱਸ ਸੁਗਰਾ ਤੇ ਨੰਦ ਯਾਸਮੀਨ, ਜਿਹੜੀਆਂ ਕਿ ਬੜਾ ਮੇਨ ਕਿਰਦਾਰ ਸਾਹਮਣੇ ਆ ਰਿਹਾ ਹੈ, ਇਹ ਦੋਵੇਂ ਮਾਵਾਂ ਧੀਆਂ ਦਾ ਕਿਰਦਾਰ ਕਿੰਜ ਦਾ ਸੀ? ਵੇਖੋ ਸਰ, ਉਹਨਾਂ ਦਾ ਜਿਹੜੇ ਘਰ ਦੇ ਹਾਲਾਤ ਨੇ ਅਸੀਂ ਨਹੀਂ ਜਾਣਦੇ, ਠੀਕ ਹੈ। ਕਿਰਦਾਰ ਸਾਰਾ ਜ਼ਮਾਨਾ ਜਾਣਦਾ, ਉਹ ਆਪੇ ਚ ਰਿਸ਼ਤੇਦਾਰ ਨੇ, ਸ਼ਬੀਰ ਸਾਹਿਬ ਬਜ਼ਾਤੇ ਖੁਦ ਵੀ ਜਾਣਦੇ। ਪੁੱਛ ਰਿਹਾ ਕਿ ਕੱਲਾ ਕੱਲਾ ਪੁੱਤਰ ਸੀ ਔਰ ਤੁਸੀਂ ਕਹਿ ਰਹੇ ਹੋ ਕਿ ਜ਼ਮਾਨਾ ਇਹਨਾਂ ਨੂੰ ਜਾਣਦਾ ਹੈਗਾ। ਇਹ ਵਾਕਿਆ ਹੋ ਗਿਆ, ਨੌ ਨੂੰ ਕਤਲ ਕਰ ਦਿੱਤਾ, ਫਿਰ ਉਸ ਤੋਂ ਬਾਅਦ ਤੇ ਕੁਛ ਨਾ ਕੁਛ ਤੁਹਾਨੂੰ ਹਕੀਕਤ ਸਾਹਮਣੇ ਆਈ ਹੋਏਗੀ ਇਹਨਾਂ ਦੀ ਖੁੱਲ ਕੇ ਕਿ ਅਸਲ ਦੇ ਵਿੱਚ ਇਹਨਾਂ ਦੇ ਪਿੱਛੇ ਕਿਰਦਾਰ ਇਹਨਾਂ ਦਾ ਕਿਵੇਂ ਦਾ ਸੀ। ਪਿਛਲਾ ਕਿਰਦਾਰ ਵੇਖੋ, ਘਰਾਂ ਦੇ ਹਾਲਾਤ ਇਸ ਕਿਸਮ ਦੇ ਨੇ ਕਿ ਬਾਜੀ ਸੁਗਰਾਂ ਜਿਹੜੀ ਸੀ ਜਾਂ ਉਹ ਆਪਣੇ लगियां लाने ला के नहीं सीखा, ठीक है ना। ਉਹਦੀ ਵਜ੍ਹਾ ਤੋਂ ਕੋਈ ਆਪਣਾ ਜੀ ਉਹਦੇ ਲਾਉਣਾ ਜਾਣਾ ਨਹੀਂ ਸੀ ਚਾਹੁੰਦਾ, ਠੀਕ ਹੈ ਨਾ। ਲੇਕਿਨ ਕਦੀਰ ਬਹੁਤ ਅੱਛਾ ਬੱਚਾ ਹੈ, ਉਹਦੇ 'ਚ ਕੋਈ ਗੁੰਜਾਇਸ਼ ਨਹੀਂ ਗਲਤੀ ਦੀ। ਔਰ ਇਹਨਾਂ ਦੋਵਾਂ ਜੀਆਂ ਦਾ ਤਲੁਕਾਤ ਵੀ ਬਹੁਤ ਅੱਛੇ ਸੀ, ਸਮਝਦੇ ਹੋ ਨਾ। ਇਹਨਾਂ ਦੋਵਾਂ ਜੀਆਂ ਦੀ ਇੱਥੋਂ ਤੱਕ ਆਉਣ ਦੀ ਕੋਈ ਨੌਬਤ ਨਹੀਂ ਸੀ। ਅੱਛਾ, ਦੋਵਾਂ ਮੀਆਂ ਬੀਵੀ ਦੇ ਵਿੱਚ ਕੋਈ ਐਸੀ ਲੜਾਈ ਝਗੜਾ ਵੀ ਕੋਈ ਨਹੀਂ ਹੈ, ਕਿਸੇ ਕਿਸਮ ਦੇ ਕੋਈ ਮਾਮਲਾਤ ਖਰਾਬ ਵੀ ਨਹੀਂ ਹੈ। ਫਿਰ ਸੱਸ ਨੂੰ ਕੀ ਤਕਲੀਫ ਹੋਈ ਕਿ ਉਹਨੇ ਆਪਣੀ ਐਡੀ ਖੂਬਸੂਰਤ ਮਾਸੂਮ ਜੀ ਨੂੰਹ ਨੂੰ ਮਰਵਾ ਦਿੱਤਾ ਜੇ ਜਾਂ ਮਾਰ ਦਿੱਤਾ ਉਹਨੂੰ? ਸਰ ਮੈਂ ਤੁਹਾਨੂੰ ਦੱਸਣਾ, ਇਸ ਗੱਲ ਨੂੰ ਖੁਦਾ ਜਾਣਦਾ ਜਾਂ ਮਰਦ ਵਾਲੀ ਜਾਣਦੀ ਹੈ ਜਾਂ ਉਹਦੀ ਸੱਸ ਜਾਣਦੀ। ਕੋਈ ਬੰਦਾ ਯਕੀਨ ਨਹੀਂ ਕਰਦਾ ਕਿ ਕਿਹੜੀ ਵਜ੍ਹਾ ਤੋਂ ਹਾਲਾਤ ਉਹਨਾਂ ਨੂੰ ਇੱਥੇ ਲੈ ਆਏ। ਅੱਛਾ, ਉਸ ਲੜਕੀ ਨੂੰ ਕਤਲ ਕਰਨ ਦੇ ਵਿੱਚ ਇਹ ਤਿੰਨੇ ਮਾਵਾਂ ਧੀਆਂ ਹੀ ਸ਼ਾਮਲ ਨੇ ਕਿ ਕੋਈ ਹੋਰ ਵੀ, ਕੋਈ ਮਰਦ ਵੀ ਕੋਈ ਜਿਹੜਾ ਹੈਗਾ ਇਹਨਾਂ ਦੇ ਨਾਲ ਕੋਈ ਸ਼ਾਮਲ ਹੋ ਸਕਦਾ ਹੈ? ਸਰ ਵੇਖੋ, ਚਸ਼ਮਦੀਦ ਗਵਾਹ ਤੇ ਨਹੀਂ ਅਸੀਂ, ਲੇਕਿਨ ਕਹਿੰਦੇ ਨੇ ਖੁਦਾ ਨਾਲੋਂ ਖੁਦਾਈ ਡਰਦੀ। ਜੋ ਆਵਾਮ ਦਾ ਬਿਆਨ ਹੈ ਉਹ ਦੋਵੇਂ ਮਾਵਾਂ ਧੀਆਂ ਨੇ ਤੇ ਪਤਾ ਨਹੀਂ ਕਿਹੜਾ ਕੋਈ ਜ਼ਾਲਮ ਦਰਿੰਦਾ ਹੈ ਜਿਹਨੇ ਪੇਸ਼ ਕੀਤੇ ਨੇ। ਉਹ ਤੇ ਇਨਸਾਨ ਹੀ ਹੋ ਸਕਦਾ, ਔਰਤ ਨਹੀਂ ਹੋ ਸਕਦੀ, ਠੀਕ ਹੈ ਨਾ। ਅਗਰ ਉਹ ਇਨਸਾਨ ਹੈ, ਉਹਨੂੰ ਫੜ ਕੇ ਸਖਤ ਤੋਂ ਸਖਤ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ। ਤੀਸਰਾ ਕੋਈ ਮੁਬੈਨਾ ਸ਼ਖਸ ਹੈ ਤੇ ਉਹ ਗ੍ਰਿਫਤਾਰ ਹੋ ਗਿਆ, ਤੁਹਾਨੂੰ ਕੋਈ ਇਹਦੇ ਬਾਰੇ ਚ ਇਤਲਾਹ ਹੈ? ਆਵਾਮ ਦੇ ਮੂੰਹੋਂ ਸੁਣਿਆ ਕਿ ਬੰਦਾ ਸੀ, ਲੇਕਿਨ ਇਹ ਨਹੀਂ ਪਤਾ ਕਿ ਗ੍ਰਿਫਤਾਰ ਹੋਇਆ ਜਾਂ ਨਹੀਂ, ਜਾਂ ਹਕੀਕਤ ਹੈ ਜਾਂ ਨਹੀਂ। ਸੁਣਨ ਅੰਦਰ ਆਈ ਮੈਂ ਚਸ਼ਮਦੀਦ ਗਵਾਹ, ਠੀਕ ਹੈ ਨਾ। ਤੁਸੀਂ ਲਾਸ਼ ਦੇ ਉਹ ਹਿੱਸੇ, ਉਹ ਪੀਸ ਦੇਖੇ ਨਾ? ਸਰ ਮੇਰਾ ਹੌਸਲਾ ਨਹੀਂ ਪੈਂਦਾ, ਮੈਂ ਉਸ ਇਲਾਕੇ 'ਚ ਨਹੀਂ ਗਿਆ था, ਕਿਉਂਕਿ ਜ਼ੁਲਮ ਬਰਦਾਸ਼ਤ ਨਹੀਂ ਹੁੰਦਾ। ਸਾਡੇ ਇਹ ਛੋਟੇ ਜਿਹੇ ਪਿੰਡ ਦੇ ਵਿੱਚ ਐਡਾ ਵੱਡਾ ਵਾਕਿਆ ਹੋ ਗਿਆ, ਸ਼ਾਇਦ ਇਸ ਤੋਂ ਪਹਿਲੇ ਕੋਈ ਤਾਰੀਖ ਦੇ ਵਿੱਚ ਕੋਈ ਇਹੋ ਜਿਹਾ ਵਾਕਿਆ ਨਹੀਂ ਹੋਇਆ ਵੀ। ਤੇ ਕੀ ਤੁਸੀਂ ਲੋਕਾਂ ਨੂੰ ਦੱਸੋਗੇ ਜਾਂ ਫਿਰ ਲੋਕ ਇਸ ਪਿੰਡ ਦੇ ਬਾਰੇ 'ਚ ਜਦੋਂ ਗੱਲ ਕਰਨਗੇ ਤੇ ਕੀ ਕਰਨਗੇ ਗੱਲ? ਸਰ ਵੇਖੋ, ਘਰ 'ਚ 5 ਜੀ ਹੁੰਦੇ ਨੇ, ਉਹ ਲਹਿਦਾ ਹੁੰਦੇ ਨੇ, ਬਾਹਰ ਤੇ ਸਾਰਾ ਪਿੰਡ ਕਰਨ ਵਾਲਾ ਤੇ, ਲੇਕਿਨ ਬਦਨਾਮ ਸਾਰਾ ਪਿੰਡ। ਮੈਂ ਤਾਂ ਦੁਆ ਕਰਨਾ ਕਿ ਖੁਦਾ ਟਾਈਮ ਦੁਬਾਰਾ ਕਿਸੇ ਤੇ ਨਾ ਦੇ, ਠੀਕ ਹੈ ਨਾ। ਇਹਨਾਂ ਜ਼ਾਲਮਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਤੁਹਾਡੇ ਮੁਤਾਬਿਕ?
ਸਰ ਵੇਖੋ ਸਾਡੇ ਮੁਤਾਬਕ ਤੇ ਵੇਖੋ ਜਿਹੜਾ ਜ਼ੁਲਮ ਹੈ ਨਾ ਇਹਨਾਂ ਜ਼ੁਲਮ ਤੋਂ ਵੱਧ ਕੇ ਜ਼ੁਲਮ ਕੀਤਾ ਹੈ ਤੇ ਇਹਨਾਂ ਨੂੰ ਇਸ ਸਜ਼ਾ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ। ਕਸੂਰਵਾਰ ਤੁਹਾਡੀ ਨਜ਼ਰ ਦੇ ਵਿੱਚ ਕੌਣ ਹੋ ਸਕਦਾ ਹੈ? ਤਿੰਨੇ ਮਾਵਾਂ ਧੀਆਂ, ਦੋ ਦੋਤਰੇ, ਇਹ ਪੰਜੋ ਲੋਕ ਸ਼ਾਮਲ ਨੇ ਜਾਂ ਫਿਰ ਇਹਨਾਂ ਦੇ ਵਿੱਚ ਕੋਈ ਬੇਗੁਨਾਹ ਵੀ ਹੈ? ਸਰ ਵੇਖੋ ਜਿੱਥੋਂ ਸਿੱਧਾ ਮੇਰੇ ਇਲਮ 'ਚ ਨਾ ਮੈਂ ਚਸ਼ਮਦੀਦ ਗਵਾਹ ਹਾਂ, ਜਿਹੜੇ ਮੇਰੇ ਇਲਮ 'ਚ ਇਹਨਾਂ ਦੇ ਵਿੱਚ ਯਾਸਮੀਨ ਔਰ ਉਹਦੀ ਮਾਂ ਇਹ ਮੁਲਵਸ ਨੇ, ਔਰ ਦਰਿੰਦਾ ਜਿਹੜਾ ਆਇਆ ਪੀਸ ਜਿਹਨੇ ਕੀਤੇ ਨੇ ਸੁਣਿਆ ਕਿ ਉਹ ਮਰਦ ਸੀ, ਲੇਕਿਨ ਜਿਹੜੇ ਮੇਰੇ ਜ਼ਿਹਨ ਦੇ ਮੁਤਾਬਕ ਜਾਂ ਆਵਾਮ ਦੀ ਆਵਾਜ਼ ਦੇ ਮੁਤਾਬਕ ਸਭਾ ਤੇ ਉਹਦਾ ਬੇਟਾ ਬੇਕਸੂਰ। ਠੀਕ ਹੈ ਨਾ। ਦੂਸਰਾ ਹੈ ਕਿ ਸ਼ਬੀਰ ਹੈ, ਉਹ ਵੀ ਇਹਨਾਂ ਦਾ ਬੇਟਾ ਹੈ, ਉਹਦੇ ਤੇ मैं सुना पर्चा भी कोई ऐसा मामला भी नहीं, लेकिन वो ये थाने नहीं आया वापस। अल्लाह जाने वो केड़े चक्कर च उत्थे बैठा है, ये मेरे इल्म से जी। बहुत शुक्रिया जी। बिल्कुल नाज़रीन, आपने तमाम तर तफसीलात जो इस वाक़े के बाद हकीकत सामने आई उसके मुताबिक आपने सारी गुफ्तगू इनकी ज़ुबानी सुनी। अब मुलज़मान इस वक्त पुलिस की हिरासत में है। देखना यह है कि असली कातिल कौन है, और इस बच्ची को बेगुनाह जिसे बेदर्दी से कत्ल किया और कत्ल करने के बाद उसके जिस्म के टुकड़े किए, जब उन टुकड़ों से भी इनका सफाकियत से दिल ना भरा तो इन जालिमों ने उस मासूम बच्ची के जिस्म के टुकड़ों को एक गंदे नाले में फेंक दिया। वो तीसरा शख्स कौन है जिसने ये दरिंदगी की इंतहा कर दी, जिसके दिल में ये रहम ना आया और जिसके सामने ये सारा कुछ हो रहा था? ये जो मुलजमा सुगरा है ये जारा की सगी खाला है, और एक खाला जिसने अपनी भांजी को कितनी मोहब्बत भरे और कितनी चाहत से उसको शादी करके लेके आई थी, और फिर उसके बाद उसको किस बेदर्दी से उसने कत्ल करवाया या फिर खुद उसने कत्ल किया। ये आने वाले कुछ दिनों में पुलिस की तरफ से जो इन मुलजमान की जो इंटेरोगेशन की जाएगी और फिर इन मुलजमान ने जो ये जुर्म तस्लीम किया या किस तरह से उस बच्ची को कत्ल किया, ये तमाम तर तफसीलात हम आपको आने वाली किसी वीडियो में देंगे कि असल में कसूरवार कौन था और जारा ने ऐसा कौन सा जुर्म किया था जिसकी उसको सजा दी गई। इजाज़त चाहूँगा। अल्लाह ने के पान।